Good morning students. Now let's see some more theorems on characteristic roots or characteristic vectors of matrix. So this theorem is proof that any two characteristic vectors of two distinct characteristic roots, characteristic vectors means eigenvectors and characteristic roots means eigenvalues of a Hermitian matrix are orthogonal. Orthogonal means if you have two characteristic vector, मान लो x1 and x2 are two characteristic vectors, these are orthogonal if x1 theta into x2 is 0, right? So this is the definition of orthogonal vector. Two vectors are orthogonal if this thing is true. So we have to prove this thing. So for proving this, first we take x1 and x2 be two characteristic vectors for lambda 1 and lambda 2, characteristic vectors for lambda 1 and lambda 2, such that a into x1 is equal to lambda 1 x1 and a into x2 is equal to lambda 2 x2. Now what we have to do, this equation a into x1 is equal to lambda x1, we will multiply it with x2 theta, right? So it will be x2 theta into a x1 is equal to x2 theta into lambda 1 x1. Multiply both sides here by x2 theta and we name it as number 1. Now for this equation we write it here, a x2 is equal to lambda 2 x2. We multiply this equation by x1 theta. So ਜਿਹੜੀ x1 वाली equation है ਉਹਨੂੰ x2 theta ਨਾਲ multiply कर देना दोनों पासे, ਜਿਹੜੀ x2 वाली equation है ਉਹਨੂੰ x1 theta ਨਾਲ multiply कर देता दोनों पासे, ठीक है। ਹੁਣ ਇਹਨਾਂ ਦੋਨੋਂ ਰਿਜ਼ਲਟਸ ਦੇ ਵਿੱਚੋਂ ਜਿਹੜਾ ਫਰਸਟ ਰਿਜ਼ਲਟ ਹੈ ਆਪਾਂ ਲਿਖਿਆ, ਇਹਦੇ ਵਿੱਚ ਅਸੀਂ ਕੀ ਕਰਨਾ, ਦੋਨੋਂ ਪਾਸੇ ਥੀਟਾ ਅਪਲਾਈ ਕਰ ਦੇਣਾ। ਵੀ ਵਿਲ ਅਪਲਾਈ ਥੀਟਾ ਔਨ ਬੋਥ ਸਾਈਡ। ਸੋ ਅਗਰ ਅਸੀਂ ਇਹਦੇ ਤੇ ਇਹ ਵੀ ਉਸੇ ਤਰੀਕੇ ਨਾਲ ਜਿਹੜੀ ਇੰਪੋਰਟੈਂਟ ਥਿਓਰਮ ਤੁਹਾਨੂੰ ਹਰਮੀਸ਼ੀਅਨ ਮੈਟ੍ਰਿਕਸ ਦੇ ਕਰੈਕਟਰਿਸਟਿਕ ਰੂਟਸ ਰੀਅਲ ਹੁੰਦੇ ਉਹਦੇ ਵਿੱਚ ਵੀ ਇਹੀ ਚੀਜ਼ ਕਰਦੇ ਸੀ ਕਿ x ਥੀਟਾ ਨਾਲ ਮਲਟੀਪਲਾਈ ਕਰਕੇ ਫਿਰ ਥੀਟਾ ਆਪਰੇਟ ਕਰ ਦਿੰਦੇ ਸੀ। ਇੱਥੇ ਵੀ ਆਪਾਂ ਹੀ ਕਰਨਾ। ਸੋ ਇਹਦੇ 'ਚ ਥੀਟਾ ਆਪਰੇਟ ਕਰਕੇ so we apply theta on both side. ਹੁਣ theta ਜਦੋਂ ਅੰਦਰ ਜਾਏਗਾ ਇਹ ਬਣ ਜਾਏਗਾ x1 theta a theta x2 theta theta, ਇਹਦੇ ਵਿੱਚ ਵੀ ਆਰਡਰ ਚੇਂਜ ਹੋ ਜਾਣਾ x1 theta ਤੇ ਇੱਥੇ ਜਦੋਂ ਇਹਦੇ ਤੇ ਅਪਲਾਈ ਹੋਏਗਾ ਇਹ ਕੰਜੂਗੇਟ ਆ ਜਾਣਾ। ਬਟ ਇਹ ਕਿਉਂਕਿ ਕਰੈਕਟਰਿਸਟਿਕ ਹਰਮੀਸ਼ੀਅਨ ਮੈਟ੍ਰਿਕਸ ਹੈ ਨਾ, ਹਰਮੀਸ਼ੀਅਨ ਮੈਟ੍ਰਿਕਸ ਦੇ ਕਰੈਕਟਰਿਸਟਿਕ ਰੂਟਸ ਰੀਅਲ ਹੁੰਦੇ ਆ, ਇਸ ਕਰਕੇ ਇਹ ਰੀਅਲ ਹੈ ਤਾਂ ਇਹਦਾ ਕੰਜੂਗੇਟ ਜਿਹੜਾ ਇਕੁਅਲੀ ਆ ਜਾਏਗਾ। ਤਾਂ ਇੱਥੇ ਆਪਾਂ ਕੰਜੂਗੇਟ ਨਹੀਂ ਲੈਣਾ, ਸੇਮ ਰਹਿਣ ਦਿੱਤਾ। x1 ਹੋ ਗਿਆ, ਇਹ ਹੋ ਗਿਆ, ਉਸ ਤੋਂ ਬਾਅਦ x2 ਥੀਟਾ ਐਂਡ ਥੀਟਾ ਅਗੇਨ। ਸੋ ਇਹ ਸਾਡੇ ਕੋਲ ਆ ਗਈ ਵੈਲਿਊ। ਹੁਣ ਇਹਨੂੰ ਆਪਾਂ ਦੁਬਾਰਾ ਲਿਖ ਲੈਣਾ x1 ਥੀਟਾ a ਥੀਟਾ a ਦੇ ਬਰਾਬਰ ਹੈ ਕਿਉਂਕਿ a ਹੀ ਹੈ ਹਰਮੀਸ਼ੀਅਨ ਮੈਟ੍ਰਿਕਸ ਹੈ, ਇਸ ਕਰਕੇ a ਥੀਟਾ a ਦੇ ਇਕੁਅਲੀ ਆਣਾ। ਤੇ ਇੱਧਰ x2 ਹੀ ਰਹਿ ਜਾਏਗਾ ਕਿਉਂਕਿ ਦੋ ਵਾਰੀ ਥੀਟਾ ਆ ਗਿਆ। ਇੱਥੇ x1 ਥੀਟਾ, ਇੱਥੇ x2 ਆ ਜਾਏਗਾ, ਠੀਕ ਹੈ। ਸੋ ਦਿਸ ਇਜ਼ what we get from here। ਜਿਹੜੀ ਆਹ ਇਕੁਏਸ਼ਨ ਸੀਗੀ ਫਰਸਟ, ਇਹਨੇ ਦੋਨੋਂ ਪਾਸੇ ਥੀਟਾ ਲਗਾਉਣ ਦੇ ਨਾਲ ਸਾਡੇ ਕੋਲ ਇਹ ਵੈਲਿਊ ਆ ਗਈ ਹੈ। ਹੁਣ ਅਸੀਂ ਕੀ ਕਰਦੇ ਹਾਂ ਕਿ ਇਹ ਜਿਹੜੀ ਵੈਲਿਊ ਹੈ ਉਹਦੇ ਵਿੱਚ ਇੱਧਰਲੀ ਸਾਈਡ ਤੇ ਅਸੀਂ ਆਹ ਰਿਜ਼ਲਟ ਯੂਜ਼ ਕਰਦੇ ਹਾਂ, ਨੰਬਰ 2 ਨਾਮ ਦੇ ਦਿਓ। ਇਹਦੇ ਵਿੱਚ ਦੇਖੋ x1 ਥੀਟਾ a x2 ਆਹੀ ਚੀਜ਼ ਹੈ ਨਾ ਇੱਧਰ ਪਈ ਹੋਈ, ਇਹਦੀ ਵੈਲਿਊ ਕਿੰਨੀ ਹੈ ਇੱਥੇ ਪੁੱਟ ਕਰ ਦਿੰਦੇ ਆ। ਸੋ ਇਹਦੀ ਵੈਲਿਊ ਹੈ x1 ਥੀਟਾ lambda 2 x2 ਤੇ ਦੂਜੇ ਪਾਸੇ lambda 1 x1 ਥੀਟਾ x2 ਐਜ਼ ਇਟ ਇਜ਼, ਠੀਕ ਹੈ।
ਹੁਣ ਦੇਖੋ ਪਹਿਲਾਂ ਇੱਥੇ ਆਪਾਂ ਜਿੰਨਾ ਕੀਤਾ ਉਹ ਦੇਖ ਲੈਂਦੇ ਆ ਕਿ x1 x2 ਦੋ ਕਰੈਕਟਰਿਸਟਿਕ ਵੈਕਟਰ ਲਏ, ਉਹ ਦੋ ਕਰੈਕਟਰਿਸਟਿਕ ਵੈਲਿਊਜ਼ ਹੈ λ1 λ2। ਫਿਰ ਆਪਾਂ ਦੋਨੋਂ ਜਿਹੜੀ ਡੈਫੀਨੇਸ਼ਨ ਹੈ ਉਹ ਲਿਖੀ। ਦੋ x1 ਵਾਲੀ ਇਕੁਏਸ਼ਨ ਸੀ ਉਹਨੂੰ x2 ਥੀਟਾ ਨਾਲ ਮਲਟੀਪਲਾਈ ਕਰ ਦਿੱਤਾ, ਜਿਹੜੀ x2 ਵਾਲੀ ਇਕੁਏਸ਼ਨ ਸੀ ਉਹਨੂੰ x1 ਥੀਟਾ ਨਾਲ ਮਲਟੀਪਲਾਈ ਕਰ ਦਿੱਤਾ। ਠੀਕ ਹੈ, ਆਹ ਵਾਲੀ ਇਕੁਏਸ਼ਨ ਨੂੰ x2 ਥੀਟਾ ਨਾਲ ਤੇ ਇਹ ਵਾਲੀ ਜਿਹੜੀ ਸੈਕੰਡ ਇਕੁਏਸ਼ਨ ਸੀ ਉਹਨੂੰ x1 ਥੀਟਾ ਨਾਲ ਮਲਟੀਪਲਾਈ ਕਰਕੇ ਇਹਨੂੰ ਨੰਬਰ 1 ਨੰਬਰ 2 ਨਾਮ ਦਿੱਤਾ। ਇੱਕ ਤੋਂ ਆਪਾਂ ਸ਼ੁਰੂ ਕੀਤਾ ਨੰਬਰ 1 ਇਕੁਏਸ਼ਨ ਦੇ ਉੱਤੇ ਦੋਨੋਂ ਪਾਸੇ ਥੀਟਾ ਆਪਰੇਟ ਕਰ ਦਿੱਤਾ। ਥੀਟਾ ਜਦੋਂ ਅੰਦਰ ਜਾਏਗਾ ਆਰਡਰ ਰਿਵਰਸ ਹੋ ਜਾਣਾ। ਵਿੱਚ ਦੋ ਚੀਜ਼ਾਂ ਯੂਜ਼ ਕੀਤੀਆਂ, ਇੱਕ ਤਾਂ ਜਿਹੜਾ a ਸੀਗਾ ਉਹ ਹਰਮੀਸ਼ਨ ਮੈਟ੍ਰਿਕਸ, ਇਸ ਕਰਕੇ a ਥੀਟਾ a ਦੇ ਬਰਾਬਰ ਹੀ ਰਹਿ ਗਿਆ। ਦੂਜੀ ਚੀਜ਼ ਕਿਉਂਕਿ ਹਰਮੀਸ਼ਨ ਮੈਟ੍ਰਿਕਸ ਦੇ ਰੂਟਸ ਰੀਅਲ ਹੁੰਦੇ ਆ, ਇਸ ਕਰਕੇ ਲੈਮਡਾ ਬਾਰ ਜਿਹੜਾ ਉਹ ਲੈਮਡਾ ਦੇ ਬਰਾਬਰ ਹੀ ਆ ਜਾਣਾ, ਇਸ ਕਰਕੇ ਥੀਟਾ ਇਹਦੇ ਤੇ ਕੋਈ ਇਫੈਕਟ ਨਹੀਂ ਕਰੇਗਾ, ਲੈਮਡਾ 1 ਹੀ ਰਹਿ ਜਾਣਾ। ਉਸ ਤੋਂ ਬਾਅਦ ਇਸ ਇੱਥੇ ਤੱਕ ਆ ਗਿਆ। ਇਹਦੇ ਵਿੱਚ ਅਸੀਂ ਇੱਧਰਲੀ ਸਾਈਡ ਤੇ ਜਿਹੜਾ ਹੈ ਉਹ ਰਿਜ਼ਲਟ ਸੈਕਿੰਡ ਦਾ ਯੂਜ਼ ਕਰ ਲਿਆ। ਇੱਥੇ ਆਪਾਂ ਲਿਖ ਸਕਦੇ ਹਾਂ ਫਰੋਮ 2। ਠੀਕ ਹੈ, ਇਹਦੇ ਚ ਆ ਵੈਲਿਊ ਜਿਹੜੀ ਹੈ ਉਹ ਇਧਰੋਂ ਪੁੱਟ ਕਰ ਦਿੱਤੀ, ਦੈਟ ਇਜ਼ ਇਕੁਅਲ ਟੂ ਦਿਸ। ਸੋ ਇਹਦੇ ਚ ਸਾਡੇ ਕੋਲ ਕੀ ਆ ਗਿਆ ਕਿ ਹੁਣ ਜਿਹੜਾ ਲੈਮਡਾ 2 ਹੈ ਇਧਰਲੇ ਪਾਸੇ ਬਾਹਰ ਲਿਖ ਲਿਆ x1 ਥੀਟਾ ਇੰਟੂ x2, ਤੇ ਦੂਜੇ ਪਾਸੇ ਹੈ ਲੈਮਡਾ 1 x1 ਥੀਟਾ ਇੰਟੂ x2। ਫਿਰ ਉਹੀ ਚੀਜ਼ ਕਿ ਦੋਨੋਂ ਇਕੁਅਲ ਆਪਾਂ ਇੱਕ ਸਾਈਡ ਤੇ ਲੈ ਕੇ ਆਵਾਂਗੇ, ਬਣੇਗਾ ਲੈਮਡਾ 1 ਮਾਈਨਸ ਲੈਮਡਾ 2 ਇੰਟੂ x1 ਥੀਟਾ ਇੰਟੂ x2 ਇਜ਼ ਇਕੁਅਲ ਟੂ 0। ਹੁਣ ਜੇ ਡਾਕਟ ਇਕੁਅਲ ਟੂ 0 ਆ ਰਹੀ ਆ ਤਾਂ 0 ਨਹੀਂ ਹੈ, ਜਾ ਰਹੀ 0 ਨਾ, ਦੋਨਾਂ ਵਿੱਚੋਂ ਇੱਕ ਇਹਦੇ ਚ ਸ਼ੋਰ ਹੋਣਾ ਪਏਗਾ ਕਿਹੜੀ 0 ਨਹੀਂ ਹੈ। ਸੋ ਸਾਡੇ ਕੋਲ ਆ 0 ਨਹੀਂ ਹੈ ਕਿਉਂਕਿ ਲੈਮਡਾ 1 ਮਾਈਨਸ ਲੈਮਡਾ 2 ਅਗਰ 0 ਆ ਜਾਏਗਾ, ਲੈਮਡਾ 1 ਮਾਈਨਸ ਲੈਮਡਾ 2 0, ਇਟ ਮੀਨਸ ਲੈਮਡਾ 1 ਇਜ਼ ਇਕੁਅਲ ਟੂ ਕਰੈਕਟਰਿਸਟਿਕ ਵੈਲਿਊਜ਼ ਸੇਮ ਆ ਗਈਆਂ ਲੈਮਡਾ 1 ਲੈਮਡਾ 2। ਜਦੋਂ ਕਿ ਆਪਾਂ ਕੀ ਲਿਆ ਸੀਗਾ ਕੁਐਸਚਨ ਤੇ ਦਿੱਤਾ ਹੋਇਆ ਸੀ, ਦੇਖੋ ਟੂ ਡਿਸਟਿੰਕਟ, ਦੋ ਡਿਫਰੈਂਟ ਹੈ, ਸੇਮ ਨਹੀਂ ਹੈਗੀਆਂ। ਤਾਂ ਇਹ ਤਾਂ ਇਕੁਅਲ ਨਹੀਂ ਹੈ, ਨਾਟ ਇਕੁਅਲ ਟੂ 0, डिफरेंट है, इसलिए आ चीज 0 नहीं होएगी तो साडे कोल की 0 होएगा, दिस वैल्यू। सो इट मीन्स दैट x1 theta into x2 is equal to 0, which we need to prove this is orthogonal। तो orthogonal ਦੇ ਲਈ ਇਹੀ ਜ਼ਰੂਰੀ ਸੀ ਕਿ ਦੋ ਵੈਕਟਰ orthogonal ਕਦੋਂ ਹੋਣਗੇ, ਜਦੋਂ x1 theta into x2 0 ਦੇ ਬਰਾਬਰ ਆ ਜਾਵੇ। So this is what we have to show here। Now this is very important theorem। Characteristic roots of a unitary matrix are of unit modulus। Characteristic roots मतलब eigen values यानी कि लैम्डा। यूनिटरी मैट्रिक्स मतलब A यूनिटरी मैट्रिक्स है अगर तो A थीटा इंटू A विल बी आइडेंटिटी। दिस इज द डेफिनेशन ऑफ यूनिटरी मैट्रिक्स के ਉਹਦੇ ट्रांजुकेट ਨੂੰ A ਨਾਲ मल्टीप्लाई कर दिए then we will get identity if it is a unitary matrix। यूनिट मॉडुलस ਦਾ मतलब है कि कैरेक्टरिस्टिक रूट यानी कि ਜਿਹੜਾ लैम्डा ਆ ਇਹਦਾ मॉडुलस यूनिट मतलब 1 होएगा। so these are the things which are in this theorem। so how to prove this result? so ਪਹਿਲਾਂ ਆਪਾਂ ਲਿਖ ਲੈਂਦੇ ਆ as A is unitary matrix, then A theta into A is identity। we name this result as number 1। now let lambda be its characteristic root, therefore there exists eigenvector या characteristic vector x, x की होएगा नॉन जीरो, such that Ax is equal to lambda x। that is the definition of eigenvalue and eigenvector। now what we will do in this, we apply x Ax lambda x theta on both sides। we apply theta on this equation। थीटा ਜਿਹੜਾ ਹੈ ਉਹਦੇ ਕੀ ਕਰਨਾ ਹੈ ਕਿ ਇਹਦਾ ਆਰਡਰ ਚੇਂਜ ਹੋ ਜਾਏਗਾ। ਇੱਥੇ ਲੈਮਡਾ ਇੱਕ ਨੰਬਰ ਹੈ, ਨੰਬਰ ਦੇ ਲਈ ਥੀਟਾ ਦਾ ਮਤਲਬ ਹੁੰਦਾ ਉਹਦਾ ਕੰਜੂਗੇਟ ਤੇ x ਥੀਟਾ। ਇਹ ਸਾਡੀ ਨੰਬਰ 3 ਇਕੁਏਸ਼ਨ ਆ ਗਈ। ਹੁਣ ਆਪਾਂ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰ ਦੇਣਾ, ਮਲਟੀਪਲਾਈ 1 ਐਂਡ 2। ਹੁਣ ਆਹ ਵਾਲੀ ਇਕੁਏਸ਼ਨ ਤੇ ਇਹ ਵਾਲੀ ਦੋਨਾਂ ਨੂੰ ਮਲਟੀਪਲਾਈ ਕਰਨਾ, ਲੈਫਟ ਸਾਈਡ ਨੂੰ ਲੈਫਟ ਸਾਈਡ ਨਾਲ, ਰਾਈਟ ਸਾਈਡ ਨੂੰ ਰਾਈਟ ਸਾਈਡ ਨਾਲ। तो x थीटा a थीटा हैगा, इनू मल्टीप्लाई करना ax नाल, दूजे पासे लैम्डा बार x थीटा है, इनू मल्टीप्लाई करना लैम्डा x दे नाल। हुण आपां इहदे देखिए अगर a बन गया a थीटा इंटू a, ठीक है। आ जिहड़े नंबरस है इन्हां नूं इकट्ठे लिख लैंदे लैम्डा बार इंटू लैम्डा ते x थीटा इंटू x। हुण a थीटा इंटू a कितना है अकॉर्डिंग टू दिस इज I आइडेंटिटी मैट्रिक्स। ते आ ਜਦੋਂ ਕੋਈ ਕੰਪਲੈਕਸ ਨੰਬਰ ਆ ਉਹਨੂੰ ਉਹਦੇ ਕੰਜੂਗੇਟ ਨਾਲ ਮਲਟੀਪਲਾਈ ਕਰ ਦਈਏ ਤੇ ਸਾਡੇ ਕੋਲ ਇਹਦਾ
mod square आ जाता हुंदा है। ठीक है, दिस इज द प्रॉपर्टी ऑफ कॉन्जुगेट कॉम्प्लैक्स नंबर के कॉन्जुगेट ऑफ z इंटू z इज z mod square, राइट। हुण आ की बन गया mod of lambda square and here x theta into x as it is। हुण identity into x दा x ही रह जाना, so this will be x theta into x और इधरले पासे x theta into x। now ये भी x theta into x है, ये भी x theta into x है, इन्हों एक पासे लिख लेने हैं तो ये बन जाएगा साडे कोल x theta into x कॉमन, इधर आ जाना लैम्डा mod स्क्वायर माइनस 1 क्योंकि इन्हों आप इधर शिफ्ट कर देना, जो कॉमन लवांगे 1 आएगा तो दूजे पासे 0 बिकॉज व्हेन वी टेक दिस ऑन द अदर साइड 0 विल बी लेफ्ट हेयर। ते हुण देखो या तो आ 0 होएगा या आ 0 होएगा क्योंकि दो दी प्रोडक्ट 0 आ रही है, मीनस वन ऑफ दैम इज 0। हुण क्योंकि x दा नॉन 0 है, x इज नॉन 0, आइगन वैक्टर हमेशा नॉन 0 हुंदा है, तो x थीटा भी है ना नॉन 0 ही होएगा, तो उन्हां दी प्रोडक्ट भी नॉन 0 ही होनी है। तो फिर की 0 आ गया, मॉड ऑफ लैम्डा स्क्वायर माइनस 1 इज 0। इहदे तो की आ जाना कि लैम्डा स्क्वायर इज इक्वल टू 1, तो लैम्डा स्क्वायर इज इक्वल टू 1 मीन्स मॉड ऑफ लैम्डा इज 1 क्योंकि मॉड हमेशा पॉजिटिव ही होंदा है, तो इहदा स्क्वायर हटा देंगे तो आ जाएगा मॉड ऑफ लैम्डा इज इक्वल टू 1। व्हाट डज इट शो? इट शोज दैट कि जिहड़ी आइगन वैल्यू है लैम्डा आ इहदा मॉड 1 आ गया, मीन्स लैम्डा इज ऑफ यूनिट मॉडुलस, मॉडुलस इहदा यूनिट है 1 है। दिस प्रूव्स द थ्योरम व्हिच इज वेरी इंपॉर्टेंट। हुण इसे थ्योरम दी क्रॉलरी है कि करैक्टरिस्टिक रूट्स ऑफ ऑर्थोगोनल मैट्रिक्स आर ऑफ यूनिट मॉडुलस। ऑर्थोगोनल मैट्रिक्स की हुंदा एक रियल मैट्रिक्स है, ए जिहड़ा रियल होना चाहिए प्लस ए ट्रांसपोज इनटू ए आइडेंटिटी होना चाहिए, तां वो ऑर्थोगोनल मैट्रिक्स बनता है। यूनिटरी मैट्रिक्स दे विच रियल होने की कोई शर्त नहीं, कॉम्पलैक्स भी हो सकते हैं नंबरस, इहदे विच रियल होएगा तो ए ट्रांसपोज इनटू ए। बाकी यूनिट मॉडुलस का तो मतलब यही है कि जिहड़ा इहदा करैक्टरिस्टिक रूट है ओहदा मॉड यूनिट मतलब 1 होएगा। ठीक है, करैक्टरिस्टिक रूट तो तुहानूं पता ही आ ईगन वैल्यूज। हुण की करना है इहदे विच इहनूं क्योंकि क्रॉलरी है पूरा प्रूफ नहीं करना, असीं इहदे च देखना कि जिहड़ा ए रियल आ तो इहदा मतलब ए थीटा की आएगा, ए थीटा हुंदा आ ए कॉन्जुगेट ते ट्रांसपोज। हुण क्योंकि वो रियल मैट्रिक्स आ, रियल मैट्रिक्स का मतलब यह हुंदा कि ओहदा कॉन्जुगेट इहदे अपने बराबर है, मतलब ए ही रह गया ए ट्रांसपोज। सो हुण आपां लिखदे आ कि ए थीटा इंटू ए कितना बनेगा, क्योंकि जे ये यूनिटरी मैट्रिक्स होएगा तो यदी वैल्यू आइडेंटिटी के बराबर आएगी, तो आप पिछले थ्योरम का रिजल्ट अप्लाई कर सकते हैं। तो ए थीटा इंटू ए की आएगा क्योंकि ए थीटा तो ए ट्रांसपोज के बराबर है। ठीक है, तो ए ट्रांसपोज इंटू ए कितना है, दिस इज आई। सो जी चीज गिवन सी ओदे विचों सानू पता चल गया कि ए थीटा इंटू ए आइडेंटिटी आंदा है। ठीक है, अगर ए रियल है तो आ चीज आइडेंटिटी है, इहदे चों साडे कोल आ रिजल्ट आ गया। तो अगर ए थीटा इंटू ए आइडेंटिटी है, इहदा मतलब ए यूनिटरी हो गया। तो यूनिटरी मैट्रिक्स के लिए आपां प्रूव किया है कि यूनिटरी मैट्रिक्स के रूट्स जिहड़े करैक्टरिस्टिक रूट्स आर ऑफ यूनिट मॉडुलस, इस करके ए दे करैक्टरिस्टिक रूट भी यूनिट मॉडुलस के होणगे, क्योंकि अगर ए ऑर्थोगोनल है दैन इट विल बी यूनिटरी मैट्रिक्स। Now this next theorem, two characteristic vector of two characteristic roots, दो characteristic roots है, दो आइगन वैल्यूज है, मान लो लैम्डा 1 लैम्डा 2 दो डिफरेंट है, उहदे हिसाब नाल जिहड़े दो characteristic vector आणगे x1 x2 वो की होणगे ऑर्थोगोनल होणगे अगर वो यूनिटरी मैट्रिक्स ते होण। मतलब अगर ए यूनिटरी मैट्रिक्स होवे यानी कि ए थीटा इंटू ए अगर आइडेंटिटी आ तो जो करैक्ट ऑर्थोगोनल होण, देखो ऑर्थोगोनल मैट्रिक्स होवे तो यदा मतलब हुंदा है ए डैश इंटू ए इज आइडेंटिटी अगर ए ऑर्थोगोनल मैट्रिक्स है। लेकिन अगर वैक्टर जिहड़े आ वो ऑर्थोगोनल होण, क्योंकि करैक्टरिस्टिक वैक्टर है ना, वैक्टर आर ऑर्थोगोनल इफ एक वैक्टर द थीटा इंटू सैकेंड वैक्टर, अगर ए साडे कोल 0 आ जाए फिर आपां कहने आ कि जिहड़ा दो वैक्टर आ वो ऑर्थोगोनल है। ठीक है, तो फर्क देखो कि मैट्रिक्स ऑर्थोगोनल होवे तां हुंदा है, अगर वैक्टर ऑर्थोगोनल है दैन दिस इज द डेफिनेशन। हुण आपां इहदे विच प्रूव करना है कि ए ऑर्थोगोनल होणगे x1 x2, तो आपां इत्थे ले लैंदे आ कि लेट x1 x2 बी टू
characteristic vectors for two different ਜਾਂ distinct characteristic roots λ1 and λ2। ਤਾਂ ਦੋਨਾਂ ਦੀ ਡੈਫੀਨੇਸ਼ਨ ਦੇ ਹਿਸਾਬ ਨਾਲ ਆ ਜਾਏਗਾ ax1 λ1 x1, ठीक है। तो दूसरी जी इक्वेशन आ जाएगी नंबर 1 नाम देते हैं, दूसरी हो जाएगी ax2 λ2 into x2, दैट इज नंबर 2। ਹੁਣ ਆਪਾਂ ਕੀ ਕਰਦੇ ਆ, ਵੀ ਵਿਲ ਸਟਾਰਟ ਫਰਮ 1, ਆਪਾਂ ਇਹਦੇ ਤੋਂ ਸ਼ੁਰੂ ਕਰ ਲੈਣੇ ਤੇ ਥੀਟਾ ਅਪਲਾਈ ਕਰ ਦੇਣਾ। ਦੇਖੋ ਸਾਰੀ ਥਿਓਰਮਸ ਦੇ ਵਿੱਚ ਇੱਕੋ ਚੀਜ਼ ਹੈ ਕਿ ਥੀਟਾ ਅਪਲਾਈ ਕਰੋ ਤੇ ਫਿਰ 1 ਐਂਡ 2 ਨੂੰ ਮਲਟੀਪਲਾਈ ਕਰੋ, ਤੇ ਇਹਦੇ ਵਿੱਚ ਵੀ ਆਪਾਂ ਦੋਨੋਂ ਸਾਈਡ ਥੀਟਾ ਅਪਲਾਈ ਕਰਤਾ। ਉਹਦੇ ਨਾਲ ਕੀ ਹੋਏਗਾ, ਇਹ x1 ਥੀਟਾ into a ਥੀਟਾ ਆ ਜਾਏਗਾ, ਤੇ ਇੱਧਰ ਇਹਦਾ ਕੌਂਜੂਗੇਟ ਆ ਜਾਣਾ ਤੇ x1 ਥੀਟਾ ਆ ਜਾਏਗਾ। ਹੁਣ ਇਹ ਸਾਡੀ ਹੋ ਗਈ ਨੰਬਰ 3 ਇਕੁਏਸ਼ਨ। ਹੁਣ ਆਪਾਂ 2 ਤੇ 3 ਨੂੰ ਮਲਟੀਪਲਾਈ ਕਰ ਦੇਣਾ, तो मल्टीप्लाई 2 एंड 3। जो आप 2 ते 3 ਨੂੰ ਮਲਟੀਪਲਾਈ ਕਰਦੇ ਆ, ਪਹਿਲਾਂ ਆਪਾਂ ਲਿਖ ਲੈਣੇ ਆ ਜਿਹੜੀ ਨੰਬਰ 3 ਇਕੁਏਸ਼ਨ ਆ ਇਹਦੀ ਲੈਫਟ ਸਾਈਡ ਲਿਖੀ, ਫਿਰ ਨੰਬਰ 2 ਇਕੁਏਸ਼ਨ ਦੀ ਲੈਫਟ ਸਾਈਡ ਨੇ ਇਹਨੂੰ ਮਲਟੀਪਲਾਈ ਕਰਤਾ, ਇੱਧਰ ਇਹਦੀ ਲੈਫਟ ਸਾਈਡ ਰਾਈਟ ਸਾਈਡ ਲਿਖੀ ਤੇ ਇਹਨੂੰ ਨੰਬਰ 2 ਇਕੁਏਸ਼ਨ ਵਾਲੀ ਰਾਈਟ ਸਾਈਡ ਨਾਲ ਮਲਟੀਪਲਾਈ ਕਰਤਾ। ਹੁਣ ਇਹ ਬ੍ਰੈਕਟ ਚੇਂਜ ਕਰੋਗੇ, x1 ਥੀਟਾ into a ਥੀਟਾ into a, ਇਹਨੂੰ ਬ੍ਰੈਕਟ ਚ ਪਾ ਲਓ x2। ਆ ਦੋ ਜਿਹੜੇ ਨੰਬਰ ਆ λ1 ਬਾਰ ਤੇ λ2, ਕਿਉਂਕਿ ਕਾਂਸਟੈਂਟ ਹੈ ਚੀਜ਼ਾਂ ਸਕੇਲਰਸ ਹੈ, ਇਹਨਾਂ ਨੂੰ ਆਪਸ ਵਿੱਚ ਮਲਟੀਪਲਾਈ ਕਰ ਦਿੱਤਾ ਤੇ ਆ ਵੈਕਟਰ ਹੈ x1 ਥੀਟਾ into x2, ਇਹਨਾਂ ਨੂੰ ਲਿਖ ਲਿਆ। ਹੁਣ a ਥੀਟਾ into a ਕਿੰਨਾ ਆ, ਕਿਉਂਕਿ a ਕੀ ਸੀਗਾ, ਯੂਨਿਟਰੀ ਮੈਟ੍ਰਿਕਸ ਸੀਗਾ, ਇਸ ਕਰਕੇ a ਥੀਟਾ into a ਆਇਡੈਂਟੀਟੀ ਹੈ। ਆ ਚੀਜ਼ ਆਇਡੈਂਟੀਟੀ ਆ ਗਈ, ਆਇਡੈਂਟੀਟੀ into ਐਨੀਥਿੰਗ ਵਿਲ ਰਿਮੇਨ ਸੇਮ। ਹੁਣ ਆਪਾਂ ਇਹਨੂੰ ਸ਼ਾਰਟ ਚ ਕਰ ਲੈਣੇ ਆ ਕਿ ਇਹ ਚੀਜ਼ ਸਾਡੇ ਕੋਲ ਬਣੇਗੀ x1 ਥੀਟਾ into x2, ਕਿਉਂਕਿ ਆ ਤਾਂ ਆਇਡੈਂਟੀਟੀ ਆ ਗਿਆ। ਇੱਧਰ ਸਾਡੇ ਕੋਲ ਜਿਹੜਾ ਹੈਗਾ ਉਹ ਸੇਮ ਲਿਖ ਦਿੰਦੇ x1 ਥੀਟਾ into x2। ਹੁਣ ਫਿਰ ਆਪਾਂ ਇਹਨਾਂ ਨੂੰ ਇੱਕ ਪਾਸੇ ਲਿਖ ਲੈਣਾ, ਇਸ ਤੋਂ ਬਾਅਦ ਨੈਕਸਟ ਇੱਥੇ ਕਰ ਰਹੇ ਆ, तो एक पासे लिखांगे जो x1 थीटा into x2, ठीक है। तो ये चीज जी कॉमन आ जाएगी, तो अपने को बचेगा कि λ1 बार into λ2 -1 is equal to 0, राइट। हुण देखो कि जिहड़ा इहदे विच रिजल्ट आया उहदे अकॉर्डिंगली ਜਾਂ ਤਾਂ ਆ ਚੀਜ਼ 0 ਹੋਏਗੀ ਜਾਂ ਆ 0 ਹੋਏਗੀ, लेकिन ਇਹਨੂੰ ਆਪਾਂ ਦੱਸ ਨਹੀਂ ਸਕਦੇ 0 ਹੈ ਕਿ ਨਹੀਂ। ਇਹਨੂੰ ਥੋੜਾ ਜਿਹਾ ਆਪਾਂ ਨੂੰ ਰੀਰਾਈਟ ਕਰਨਾ ਪੈਣਾ, ਰਿਜ਼ਲਟ ਨੂੰ ਦੁਬਾਰਾ ਲਿਖਣਾ ਪੈਣਾ। ਕੀ ਕਰਾਂਗੇ ਅਸੀਂ, ਇਹਨੂੰ ਪਹਿਲਾਂ ਇੱਦਾਂ ਲਿਖ ਲਿਆ, ਜਿਹੜਾ ਆ ਹੈ 1 ਇਹਨੂੰ ਮੈਂ ਲਿਖ ਲਿਆ λ1 ਬਾਰ ਇਨਟੂ λ1। ਵਾਈ ਵੀ ਕੈਨ ਰਾਈਟ ਲਾਈਕ ਦਿਸ, ਕਿਉਂਕਿ ਵੀ ਨੋ ਦੈਟ ਕਿ ਜਿਹੜਾ ਮੈਟ੍ਰਿਕਸ ਆਪਣਾ ਕੁਐਸਚਨ ਦੇ ਵਿੱਚ ਯੂਨਿਟਰੀ ਮੈਟ੍ਰਿਕਸ ਹੈ, ਔਰ ਯੂਨਿਟਰੀ ਮੈਟ੍ਰਿਕਸ ਲਈ ਆਪਾਂ ਪ੍ਰੂਵ ਕੀਤਾ ਕਿ ਇਹਦੇ ਜਿਹੜੇ ਕਰੈਕਟਰਿਸਟਿਕ ਰੂਟ ਹੁੰਦੇ ਆ ਦੇ ਆਰ ਆਫ ਯੂਨਿਟ ਮੋਡੂਲਸ। ਕਰੈਕਟਰਿਸਟਿਕ ਰੂਟ ਆਰ ਯੂਨਿਟ ਮੋਡੂਲਸ, ਮਤਲਬ ਮੋਡ ਦਾ ਯੂਨਿਟ ਹੁੰਦਾ ਹੈ। ਤੇ ਮੋਡ ਕਿੱਦਾਂ ਆਉਂਦਾ ਆ, ਕੋਈ ਜਿਹੜਾ ਵੀ ਸਾਡੇ ਕੋਲ ਨੰਬਰ ਹੈ ਕੰਪਲੈਕਸ ਨੰਬਰ, ਉਹਦੇ ਕੌਂਜੂਗੇਟ ਨੂੰ ਉਹਦੇ ਨਾਲ ਮਲਟੀਪਲਾਈ ਕਰ ਦਈਏ ਤਾਂ ਇਹ ਬਣ ਜਾਂਦਾ ਆ ਮੋਡੂਲਸ। मॉडुलस द स्केयर और 1 आना चाहिए, ठीक है। मॉडुलस ਨੂੰ ਆਪਾਂ ਇਦਾਂ ਲਿਖ ਸਕਦੇ, ਮੋਡੂਲਸ ਸਕੁਅਰ ਐਕਚੁਅਲੀ ਇਜ਼ ਦਿਸ। ਹੁਣ ਇਹਦੇ ਵਿੱਚ ਸਾਡੇ ਕੋਲ ਦੋ ਹੈ ਨਾ ਕਰੈਕਟਰਿਸਟਿਕ ਰੂਟ λ1 λ2, ਦੋਨਾਂ ਦੇ ਲਈ ਰਿਜ਼ਲਟ ਆਏਗਾ, ਯਾਨੀ ਕਿ λ1 ਦੇ ਲਈ ਪਹਿਲਾਂ ਆਪਾਂ ਲਿਖ ਸਕਦੇ, ਫਿਰ λ2 ਦੇ ਲਈ ਵੀ ਸੇਮ ਚੀਜ਼ ਲਿਖ ਸਕਦੇ ਆ ਕਿ ਇਹਨਾਂ ਦਾ ਯੂਨਿਟ ਮੋਡੂਲਸ ਹੋਏਗਾ। ਤੇ ਇਸ ਕਰਕੇ ਹੁਣ ਆਪਾਂ ਇਹਦੇ ਵਿੱਚ ਇਹ ਨਹੀਂ ਯੂਜ਼ ਕਿੱਥੇ ਕਰਨਾ ਕਿ ਜਿਹੜਾ 1 ਸੀਗਾ 1 ਯੂਨਿਟ ਹੀ ਹੈ, ਇਹਦੀ ਜਗ੍ਹਾ ਤੇ ਮੈਂ ਅਗਰ λ1 ਬਾਰ ਇਨਟੂ λ1 ਲਿਖ ਲਾਂ ਤਾਂ ਕੋਈ ਗਲਤ ਨਹੀਂ ਹੈ, ਕਿਉਂਕਿ ਇਹਦੀ ਵੈਲਿਊ 1 ਨਹੀਂ ਹੈ। ਆ ਲਿਖ ਲਿਆ। ਹੁਣ ਇਹਦੇ ਵਿੱਚ ਸਾਡੇ ਕੋਲ ਆ ਚੀਜ਼ ਦੀ ਬਾਹਰ x1 ਥੀਟਾ ਇਨਟੂ x2, ਰਾਈਟ। ਹੁਣ ਇਹਦੇ ਵਿੱਚ ਦੇਖੋ λ1 ਬਾਰ ਜਿਹੜਾ ਆ ਉਹ ਦੋਨਾਂ ਚਾਹੁੰਦਾ, ਵੀ ਕੈਨ ਟੇਕ ਦਿਸ ਕਾਮਨ, तो x1 ਥੀਟਾ ਇਨਟੂ x2 ਨਾਲ λ1 ਬਾਰ ਵੀ ਕਾਮਨ ਆ ਗਿਆ, ਤੇ ਅੰਦਰ ਸਾਡੇ ਕੋਲ ਬਚਿਆ λ1 ਮਾਈਨਸ λ2, ਜਾਂ λ2 ਇੱਥੇ ਬਚ ਗਿਆ ਤਾਂ ਇੱਥੇ λ1, ਠੀਕ ਹੈ। λ1 ਬਾਰ ਦੋਨਾਂ ਚੋਂ ਕਾਮਨ ਲੈਣ ਤੋਂ ਬਾਅਦ ਸਾਡੇ ਕੋਲ λ2 ਮਾਈਨਸ λ1 ਬਚ ਗਿਆ ਇਕੁਅਲ ਟੂ 0। ਤਾਂ ਕੀ ਹੋਏਗਾ, ਜੇ ਆਪਾਂ ਇਹਨੂੰ 0 ਕਰਦੇ ਆ ਤਾਂ ਸਾਡੇ ਕੋਲ ਕੀ ਆਏਗਾ, ਆ 0 ਆ ਜਾਏਗਾ ਜਾਂ ਆ 0 ਆ ਜਾਏਗਾ, ਠੀਕ ਹੈ। ਸੋ ਜਿਹੜਾ λ1 ਹੈ ਇਹ ਵੀ 0 ਨਹੀਂ ਹੈਗਾ, ਇਹ ਨਾਨ 0 ਕਰੈਕਟਰਿਸਟਿਕ ਰੂਟ ਹੈ। ਤੇ λ2 ਮਾਈਨਸ λ1 ਇਹ ਵੀ 0 ਨਹੀਂ ਹੈਗਾ, ਕਿਉਂਕਿ ਅਗਰ ਇਹਨੂੰ 0 ਲੈ ਲਈਏ ਤਾਂ ਦੋਨੋਂ ਇਕੁਅਲ ਆ ਜਾਣੇ। ਆਪਾਂ ਲਏ ਸੀ ਕੁਐਸਚਨ ਚ ਦੋਨੋਂ ਡਿਸਟਿੰਕਟ, ਦੋਨੋਂ ਡਿਫਰੈਂਟ ਲਏ ਸੀਗੇ, तो इस करके दोनों 0 नहीं, तो फिर साडे कोल की आया रिजल्ट कि x1 थीटा इनटू x2 ए 0 आ गया। तो अगर ये 0 आ जाए तो मतलब होंदा x1 x2 आर ऑर्थोगोनल वैक्टर्स। सो ਇਹਦੇ ਵਿੱਚ ਥੋੜਾ ਜਿਹਾ ਇੱਥੇ ਟ੍ਰਿਕ ਸੀਗਾ ਇਸ ਕੁਐਸਚਨ ਦੇ ਵਿੱਚ ਕਿ ਜਦੋਂ ਤੁਸੀਂ 1 ਤੇ 2 ਨੂੰ ਜਿਹੜਾ ਮਲਟੀਪਲਾਈ ਕਰਦੇ ਆ ਉਸ ਤੋਂ ਬਾਅਦ ਸਾਡੇ ਕੋਲ ਇਸ ਤਰੀਕੇ ਦਾ ਰਿਲੇਸ਼ਨ ਆ ਜਾਂਦਾ ਹੈ। ਤਾਂ ਪਹਿਲਾਂ ਵੀ ਕਰਦੇ ਸੀ, ਇੰਨਾ ਆਉਂਦਾ ਸੀ ਤਾਂ ਆਪਾਂ ਉਹਨਾਂ ਦੋਨਾਂ ਵਿੱਚੋਂ ਕਹਿੰਦੇ ਸੀਗੇ ਕਿ ਆ 0 ਹੋਏਗਾ ਜਾਂ 0 ਹੋਏਗਾ। ਇਹ ਚ ਕਿਉਂਕਿ ਇਹਨੂੰ ਆਪਾਂ ਨੂੰ ਪਤਾ ਨਹੀਂ ਹੈਗਾ 0 ਹੈ ਕਿ ਨਹੀਂ, ਇਸ ਕਰਕੇ ਅਸੀਂ 1 ਨੂੰ
पुट कर लैने पहला λ1 बार इंटू λ1 क्योंकि λ1 जिहड़ा है वो करैक्टरिस्टिक रूट है एक यूनिटरी मैट्रिक्स का, इस करके इहदा मॉडुलस यूनिट आएगा। तो आ मॉडुलस आ, मॉडुलस नूं आपां λ1 कॉन्जुगेट इंटू λ1 लिख लिया। हुण λ1 कॉन्जुगेट दोनों च कॉमन है, अंदर बचे λ2 माइनस λ1। हुण आ चीज 0 होएगी जां 0 होएगा। हुण आ चीज 0 मीन्स आइदर दिस 0 और दिस, इन्हां विचों दोनों च कोई भी 0 नहीं है। इट मीन्स फिर 0 की आएगा, आही आएगा 0। तो जे ये 0 आ गया तो यही डेफिनेशन है ऑर्थोगोनल वेक्टर्स दी। सो दिस इज ऑल अबाउट द थ्योरम्स।